ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ, ਜਿਹ ਪ੍ਰਾਨੀ ਕਉਮੈ ਤਜੀ, ਕਰਤਾ ਰਾਮ ਪਛਾਨ। ਕਹੋ ਨਾਨਕ ਵਉ ਮੁਕਤ ਨਰ, ਏ ਮਨ ਸਾਚੀ ਮਾਨ। ਪੈ ਨਾਸਨ ਦੁਰਮਤ ਹਰਣ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਪੈ ਨਾਸਨ ਦੁਰਮਤ ਹਰਣ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਈਮਾਨ ਹੋਈ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋ ਵਡਭਾਗੀ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠ ਸੰਗਤੀ ਰੂਪ ਅੰਦਰ ਨਿਤਨੇਮ ਬਾਣੀ ਦਾ ਜਾਪ ਕੀਤਾ ਹੈ। ਸੇ ਬਖਸ਼ਿਸ਼ ਰਹਿਮਤ ਕਰਨ, ਜਿੱਥੇ ਸਰੀਰਕ ਤੌਰ ਤੇ ਜੁੜੇ ਬੈਠੇ ਹਾਂ, ਉੱਥੇ ਮਨ ਦੀ ਹਾਜ਼ਰੀ ਵੀ ਇਸ ਪਾਵਨ ਦਰਬਾਰ ਅੰਦਰ ਲੱਗੀ ਰਹੇ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਤਿਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਜੋ ਸਤਿਗੁਰਾਂ ਦੀ ਪਾਵਨ ਬਾਣੀ ਰਾਹੀਂ ਸਾਹਿਬ ਜੀ ਦੇ ਆਪਾਂ ਸਾਰੇ ਰਲ ਮਿਲ ਕੇ ਦਰਸ਼ਨ ਦੀਦਾਰ ਕਰਨ ਦਾ ਯਤਨ ਕਰ ਰਹੇ ਹਾਂ। ਸਾਹਿਬ ਜੀ ਕੱਲ ਬਖਸ਼ਿਸ਼ ਕਰ ਰਹੇ ਸਨ ਕਿ ਇਹ ਦੁਨੀਆ ਦੇ ਅੰਦਰ ਵਿਚਰਦੇ ਹੋਏ ਪ੍ਰਾਣੀ ਜੇ ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਹੈ ਤੇ ਮੈਂ ਤੇਰਾ ਘਰ ਬਾਹਰ ਨਹੀਂ ਛਡਾਉਣਾ ਚਾਹੁੰਦਾ, ਮੈਂ ਲੱਗੀਆਂ ਹੋਈਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਤੈਨੂੰ ਨਹੀਂ ਕਰਨਾ ਚਾਹੁੰਦਾ,
ਤੂੰ ਘਰ ਦੇ ਅੰਦਰ ਰਹਿ ਕੇ ਹੀ ਬੈਰਾਗੀ ਬਣ ਸਕਦਾ ਹੈ। ਤੂੰ ਘਰ ਦੇ ਅੰਦਰ ਰਹਿ ਕੇ ਹੀ ਗੁਰੂ ਗੁਰੂ ਜਪ ਸਕਦਾ ਹੈ। ਤੈਨੂੰ ਵੱਖਰੇ ਕਿਸੇ ਉਦਾਸੀ ਪੁਣੇ ਦੀ ਜ਼ਰੂਰਤ ਨਹੀਂ ਕਿ ਸਾਰਾ ਕੁਝ ਛੱਡ ਕੇ ਘਰ ਤੋਂ ਦੂਰ ਚਲਾ ਜਾਵਾਂਗਾ ਤਾਂ ਹੀ ਕਰਤੇ ਦੇ ਨਾਲ ਮੇਰਾ ਮਿਲਾਪ ਹੋਵੇਗਾ। ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਪਾਵਨ ਬਾਣੀ ਅੰਦਰ ਇਸ ਤਰ੍ਹਾਂ ਵੀ ਬਿਆਨ ਕਰ ਗਏ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਪੋਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਉਸ ਨੂੰ ਆਪਣੇ ਅੰਦਰ ਹੀ ਲੱਭਣ ਦਾ ਖੋਜਣ ਦਾ ਯਤਨ ਕਰ। ਜਦੋਂ ਆਪਣੜੇ ਗਿਰਵਾਨ ਅੰਦਰ ਨਜ਼ਰ ਮਾਰੇਗਾ ਫਿਰ ਤੈਨੂੰ ਕਰਤੇ ਦੇ ਨਾਲ ਮਿਲਾਪ ਕਰਨਾ ਸੌਖਾ ਹੋ ਜਾਵੇਗਾ। ਵਿਸਥਾਰ ਸਹਿਤ ਕੱਲ ਇਹਨਾਂ ਬਚਨਾਂ ਨੂੰ ਆਪਾਂ ਸਰਵਣ ਕਰ ਰਹੇ ਸਾਂ। ਅੱਜ ਸਾਹਿਬ ਜੀ ਨੇ ਜੋ ਅੱਗੇ ਬਖਸ਼ਿਸ਼ ਕੀਤੀ, ਇਹਨਾਂ ਸ਼ਲੋਕਾਂ ਅੰਦਰ ਸਾਹਿਬ ਜੀ ਨੇ ਜ਼ਿਕਰ ਕੀਤਾ। ਕਹਿਣ ਲੱਗੇ ਜਿਹੇ ਪ੍ਰਾਨੀ ਕੌਮੈ ਤਜੀ, ਕਰਤਾ ਰਾਮ ਪਛਾਨ, ਕਉ ਨਾਨਕ ਵੋ ਮੁਕਤ ਨਰ, ਏ ਮਨ ਸਾਚੀ ਮਾਨ। ਜਿਹੇ ਦੇ ਹਾਹੇ ਨੂੰ ਸਿਆਰੀ ਕਿ ਜਿਸ ਪ੍ਰਾਣੀ ਨੇ ਕੌਮੈ ਨੂੰ ਤਿਆਗ ਦਿੱਤਾ, ਕਰਤਾ ਰਾਮ ਪਛਾਨ, ਪਰਮਾਤਮਾ ਨੂੰ ਰਾਮ ਨੂੰ ਹੀ ਸਦੀਵ ਕਾਲ ਹਰ ਚੀਜ਼ ਦਾ ਕਰਤਾ ਮੰਨ ਲਿਆ, ਕਉ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਸਹਿਮ ਕਹਿਣ ਲੱਗੇ ਉਹ ਇਨਸਾਨ ਮੁਕਤ ਹੋ ਗਿਆ, ਉਹ ਇਨਸਾਨ ਭਰਮਾਂ ਦੇ ਵਿੱਚੋਂ ਨਿਕਲ ਗਿਆ। ਗੁਰੂ ਸਾਹਿਬ ਕਹਿਣ ਲੱਗੇ ਇਸ ਗੱਲ ਨੂੰ ਸੱਚ ਕਰਕੇ ਜਾਣ ਲਈ ਮਨ ਦੇ ਅੰਦਰ ਕੋਈ ਭਰਮ ਨਾ ਰੱਖੀ। ਫਿਰ ਅੱਗੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਭੈ ਨਾਸਨ, ਦੁਰਮਤ ਹਰਣ, ਤੇਰੇ ਹਰ ਪ੍ਰਕਾਰ ਦੇ ਉਹ ਭਰਮ, ਤੇਰੇ ਹਰ ਪ੍ਰਕਾਰ ਦੇ ਉਹ ਭੈ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ, ਕਿਉਂਕਿ ਉਹ ਨਿਰਭਉ ਅਤੇ ਨਿਰਵੈਰ ਹੈ। ਦੁਰਮਤ ਹਰਣ, ਤੇਰੀ ਮਾੜੀ ਮਤ ਦਾ ਉਹ ਵਿਨਾਸ਼ ਕਰ ਦੇਗਾ। ਕੱਲ ਮੈਂ ਹਰ ਕੋ ਨਾਮ, ਹਰੀ ਦਾ ਨਾਮ ਇਸ ਸਮੇਂ ਦੇ ਅੰਦਰ ਜੀਵ ਦਾ ਸਹਾਈ ਹੋ ਜਾਂਦਾ ਹੈ। ਕੱਲਾ ਇਹ ਨਹੀਂ ਕਿ ਸਤਿਗੁਰੂ ਅਧਿਆਤਮਿਕ ਗੱਲਾਂ ਹੀ ਕਰਦੇ ਨੇ, ਸਤਿਗੁਰੂ ਸੰਸਾਰ ਦੇ ਅੰਦਰ ਕਿਵੇਂ ਜੀਣਾ, ਕਿਵੇਂ ਇਹਨਾਂ ਰਿਸ਼ਤਿਆਂ ਨੂੰ ਸੰਭਾਲਣਾ ਕਿ ਨਿਭਾਉਣਾ ਹੈ, ਹਰ ਪੱਖ ਤੋਂ ਹੀ ਇਸ ਜੀਵ ਨੂੰ ਸਾਵਧਾਨ ਕਰਦੇ ਨੇ। ਭੈ ਨਾਸਨ, ਦੁਰਮਤ ਹਰਣ, ਕਲ ਮੈਂ ਕਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੇ ਕਾਮ। ਜਿਹੜਾ ਦਿਨ ਰਾਤ ਹਰ ਸਮੇਂ ਕਰਤੇ ਦੇ ਨਾਮ ਦੇ ਨਾਲ ਸਾਂਝ ਪਾ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਉਸ ਦੇ ਸਾਰੇ ਹੀ ਕੰਮ ਜਿਹੜੇ ਹਨ ਉਹ ਸਫਲੇ ਹੋ ਜਾਂਦੇ ਨੇ। ਜਦੋਂ ਇਹਨਾਂ ਬਚਨਾਂ ਨੂੰ ਫਿਰ ਸਤਿਗੁਰੂ ਦੀ ਪਾਵਨ ਬਾਣੀ ਰਾਹੀਂ ਇਤੇ ਖਾਸ ਰਾਹੀਂ ਦੇਖਦੇ ਹਾਂ ਤੇ ਕੁਝ ਗੱਲਾਂ ਹੋਰ ਸਾਹਮਣੇ ਆਉਂਦੀਆਂ ਨੇ। ਸਾਹਿਬ ਕਹਿ ਰਹੇ ਨੇ ਜਿਹੇ ਪ੍ਰਾਨੀ ਹਉਮੈ ਤਜੀ, ਕਰਤਾ ਰਾਮ ਪਛਾਨ। ਦੁਨੀਆ ਦੇ ਅੰਦਰ ਕੁਝ ਐਸੇ ਜਿਹੜੇ ਆਪ ਹੀ ਕਰਤਾ ਬਣ ਕੇ ਬੈਠ ਗਏ। ਥੋੜਾ ਜਿਹਾ ਕੋਈ ਚੰਗਾ ਕੰਮ ਹੋਇਆ ਤੇ ਬਸ ਆਪਣੇ ਨਾਮ ਦਾ ਸਿਹਰਾ ਫਿੱਟ ਕਰ ਦਿੱਤਾ ਕਿ ਇਹ ਕੰਮ ਮੈਂ ਕੀਤਾ, ਜੇ ਕਿਤੇ ਇਹ ਮੈਂ ਨਾ ਹੁੰਦਾ ਤੇ ਸ਼ਾਇਦ ਇਹ ਕੰਮ ਹੋ ਹੀ ਨਾ ਸਕਦਾ। ਸਾਹਿਬ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਕਦੀ ਵੀ ਆਪਣੇ ਨਾਂ ਦੀ ਮੋਹਰ ਨਾ ਲਾਈ। ਹਰ ਕੰਮ ਕਰਨ ਵਾਲਾ ਉਹ ਕਰਤਾ ਹੈ, ਉਸ ਦੇ ਅਧੀਨ ਹੋ ਜਾ, ਫਿਰ ਤੈਨੂੰ ਜੀਣ ਦੀ ਜਾਚ ਆ ਜਾਏਗੀ। ਜਿਹੇ ਪ੍ਰਾਨੀ ਹਉਮੈ ਤਜੀ, ਜਿਸ ਪ੍ਰਾਣੀ ਨੇ ਹਉਮੈ ਨੂੰ ਤਿਆਗ ਦਿੱਤਾ, ਕਰਤਾ ਇੱਕ ਪਰਮਾਤਮਾ ਨੂੰ ਮੰਨ ਲਿਆ। ਸਾਹਿਬ ਕਹਿਣ ਲੱਗੇ ਉਹੀ ਅਸਲ ਦੇ ਅੰਦਰ ਮੁਕਤ ਹੈ। ਇਹ ਹਉਮੈ ਇੰਨੀ ਜਲਦੀ ਛੁੱਟਦੀ ਨਹੀਂ। ਜਿਸ ਵਕਤ ਇਸ ਸੰਬੰਧੀ ਦੇਖਦੇ ਹਾਂ ਤੇ ਖਾਸ ਕਰ ਤਿੰਨ ਕੁ ਪੱਖ ਜਿਹੜੇ ਹਨ ਇਸ ਹਉਮੈ ਦੇ ਉਹ ਵਧੇਰੇ ਨਜ਼ਰ ਆਉਂਦੇ ਨੇ। ਜਾਂ ਤਾਂ ਇਨਸਾਨ ਧਨਵਾਨ ਹੋ ਜਾਏ, ਦੁਨੀਆ ਦਾ ਧਨ
ਦੁਨੀਆ ਦਾ ਪੈਸਾ ਬਹੁਤ ਜ਼ਿਆਦਾ ਕੋਲ ਆ ਜਾਏ ਫਿਰ ਉਹ ਵੀ ਖੌਮੇ ਦੇ ਅੰਦਰ ਚਲਾ ਜਾਂਦਾ ਹੈ। ਇੱਕ ਇਨਸਾਨ ਬਲਵਾਨ ਹੋ ਜਾਏ, ਸਰੀਰਕ ਤੌਰ ਤੇ ਉਸ ਦੇ ਕੋਲ ਬੜੀ ਤਾਕਤ ਆ ਜਾਏ ਜਾਂ ਰਾਜ ਸੱਤਾ ਦੀ ਉਸ ਦੇ ਕੋਲ ਕਿਤੇ ਤਾਕਤ ਹੋ ਜਾਏ ਤੇ ਫਿਰ ਉਹ ਇਨਸਾਨ ਵੀ ਖੌਮੇ ਦੇ ਅੰਦਰ ਚਲਾ ਜਾਂਦਾ ਹੈ। ਤੇ ਤੀਸਰਾ ਹੈ ਵਿਦਵਾਨ, ਜਿਸ ਦੇ ਕੋਲ ਵਿਦਿਆ ਬਹੁਤੀ ਹੋ ਜਾਏ ਉਹ ਵਿਦਿਆ ਦਾ ਵੀ ਕਈ ਵਾਰ ਮਾਣ ਕਰਕੇ ਬੈਠ ਜਾਂਦਾ ਹੈ। ਧਨਵਾਨ, ਬਲਵਾਨ ਤੇ ਵਿਦਵਾਨ, ਖਾਸ ਕਰਕੇ ਇਹ ਤਿੰਨ ਜਿਹੜੇ ਹਨ ਇਹ ਖੌਮੇ ਦੇ ਸ਼ਿਕਾਰ ਹੋ ਜਾਂਦੇ ਨੇ। ਔਰ ਜੇ ਕਿਤੇ ਰਾਵਣ ਵੱਲ ਦੇਖਿਆ ਜਾਏ ਤੇ ਰਾਵਣ ਦੇ ਅੰਦਰ ਇਹ ਤਿੰਨੇ ਹੀ ਸਨ। ਸਹਿਮ ਕਹਿਣ ਲੱਗੇ ਬਸ ਇਸੇ ਦਾ ਹੀ ਤੈਨੂੰ ਅੱਜ ਤਿਆਗ ਸਿਖਾਉਣਾ ਚਾਹੁੰਦਾ। ਘਰ-ਬਾਰ ਨਾ ਤਿਆਗ, ਜ਼ਿੰਮੇਵਾਰੀਆਂ ਨਾ ਤਿਆਗ, ਦੁਨੀਆ ਦੇ ਸੁੱਖ ਨਾ ਤਿਆਗ, ਮਿੱਤਰਾਂ ਦੋਸਤਾਂ ਨੂੰ ਨਾ ਤਿਆਗ। ਜੇ ਕੋਈ ਤਿਆਗਣਾ ਹੈ ਤੇ ਖੌਮੇ ਦਾ ਤਿਆਗ ਕਰ। ਬਸ ਇਹੀ ਤਿਆਗਣੀ ਜਿਹੜੀ ਹੈ ਔਖੀ ਹੈ। ਮਿੱਤਰ ਦੋਸਤ ਵੀ ਤਿਆਗੇ ਜਾਣਗੇ, ਘਰ-ਬਾਰ ਵੀ ਤਿਆਗਿਆ ਜਾਏਗਾ, ਦੁਨੀਆ ਦਾ ਮਿਲਿਆ ਸੁੱਖ ਤਿਆਗਿਆ ਜਾਏਗਾ। ਪਰ ਸਾਹਿਬ ਕਹਿਣ ਲੱਗੇ ਖੌਮੇ ਨੂੰ ਤਿਆਗਣਾ ਬੜਾ ਔਖਾ ਹੈ। ਇਹ ਤਾਂ ਜਦੋਂ ਸਤਿਗੁਰੂ ਦੀ ਪਾਵਨ ਬਾਣੀ ਜਾਂ ਸਤਿਗੁਰੂ ਦਾ ਇਤਿਹਾਸ ਪੜ੍ਹਦੇ ਹਾਂ ਤੇ ਇਹ ਤੇ ਗੁਰੂ ਸਾਹਿਬ ਦੇ ਕੁਝ ਸਾਹਿਬਜ਼ਾਦਿਆਂ ਤੋਂ ਵੀ ਨਾ ਤਿਆਗੀ ਗਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਜੇ ਕਿਤੇ ਘਰ ਦੇ ਅੰਦਰ ਸਾਰੇ ਸਾਹਿਬਜ਼ਾਦੇ ਸਿਆਣੇ ਹੋ ਜਾਂਦੇ, ਸੂਝਵਾਨ ਹੋ ਜਾਂਦੇ ਤੇ ਕਦੀ ਸ਼ਾਇਦ ਬਾਬਾ ਲਹਿਣਾ ਜੀ ਦੀ ਬਾਹਰੋਂ ਲੋੜ ਨਾ ਪੈਂਦੀ। ਜੇ ਘਰ ਦੇ ਸਾਹਿਬਜ਼ਾਦੇ ਸਾਰੇ ਸਿਆਣੇ ਹੋ ਜਾਂਦੇ ਤੇ ਕਦੀ ਵੀ ਬਾਬਾ ਅਮਰਦਾਸ ਇਸ ਘਰ ਅੰਦਰ ਆ ਕੇ ਬਾਹਰੋਂ ਜ਼ਿੰਮੇਵਾਰੀ ਨੂੰ ਨਾ ਸੰਭਾਲਦੇ। ਸਾਹਿਬਜ਼ਾਦੇ ਸਾਰੇ ਸਿਆਣੇ ਹੋ ਜਾਂਦੇ ਤੇ ਭਾਈ ਜੇਠਾ ਕਦੀ ਵੀ ਲਾਹੌਰ ਦੀ ਧਰਤੀ ਤੋਂ ਇਸ ਘਰ ਦੇ ਅੰਦਰ ਪ੍ਰਵਾਨ ਨਾ ਹੁੰਦੇ। ਸਾਰੇ ਸਾਹਿਬਜ਼ਾਦਿਆਂ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ ਕਿਉਂਕਿ ਜਿਸ ਵਕਤ ਅਰਦਾਸ ਹੁੰਦੀ ਹੈ ਭਾਵੇਂ ਇਸ ਘਰ ਦੇ ਅੰਦਰ ਸਾਹਿਬਜ਼ਾਦੇ ਤਾਂ 22 ਤੋਂ ਵੀ ਜ਼ਿਆਦਾ ਬਣ ਜਾਂਦੇ ਨੇ, ਪਰ ਜਿਸ ਵਕਤ ਅਰਦਾਸ ਕਰਦੇ ਆ ਤੇ ਕਦੀ ਵੀ ਇਸ ਅਰਦਾਸ ਦੇ ਅੰਦਰ ਸਾਰੇ ਸਾਹਿਬਜ਼ਾਦਿਆਂ ਦਾ ਜ਼ਿਕਰ ਨਹੀਂ ਹੁੰਦਾ। ਖਾਸ ਕਰਕੇ ਜੇ ਜ਼ਿਕਰ ਹੁੰਦਾ ਹੈ ਤੇ ਇਹੀ ਕਿਹਾ ਜਾਂਦਾ ਪੰਜਾਂ ਪਿਆਰਿਆਂ ਤੇ ਅਗਲਾ ਬਚਨ ਹੈ ਚੌਹਾਂ ਸਾਹਿਬਜ਼ਾਦਿਆਂ। ਸਾਹਿਬਜ਼ਾਦੇ ਤੇ ਇਸ ਘਰ ਦੇ ਅੰਦਰ ਬਹੁਤ ਨੇ ਪਰ ਪ੍ਰਵਾਨ ਜਿਹੜੇ ਹਨ ਉਹ ਕੁਝ ਕੀ ਹੋਏ ਨੇ ਕਿਉਂਕਿ ਕੁਝ ਸਾਹਿਬਜ਼ਾਦੇ ਐਸੇ ਜਿਨ੍ਹਾਂ ਨੇ ਇਸ ਘਰ ਦੇ ਅੰਦਰ ਝਗੜੇ ਪਾਏ, ਉਹ ਕਰਤੇ ਬਣ ਕੇ ਬੈਠ ਗਏ, ਉਹ ਬਰਾਬਰ ਆ ਕੇ ਖੜੇ ਹੋ ਗਏ। ਮੈਂ ਜ਼ਿਕਰ ਕਰ ਰਿਹਾ ਕਿ ਕੁਝ ਸਾਹਿਬਜ਼ਾਦਿਆਂ ਤੋਂ ਵੀ ਖੌਮੇ ਦਾ ਤਿਆਗ ਨਾ ਹੋਇਆ ਤੇ ਸਾਹਿਬ ਜੀ ਨੂੰ ਪਾਵਨ ਬਾਣੀ ਵਿੱਚ ਕਹਿਣਾ ਪੈ ਗਿਆ। ਕਹਿਣ ਲੱਗੇ ਕਾਹੇ ਐ ਇਨਸਾਨ ਘਰ ਦੇ ਅੰਦਰ ਪੈਦਾ ਹੋਏ ਪੁੱਤਰ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਹੋਵੇ ਕੱਲਾ ਉਹਨਾਂ ਤੱਕ ਹੀ ਸੀਮਤ ਨਹੀਂ, ਸਾਡੇ ਉੱਪਰ ਵੀ ਇਹ ਲਾਗੂ ਹੁੰਦਾ ਪਰਿਵਾਰਾਂ ਅੰਦਰ ਕਿ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਹੋਏ, ਜਿਸ ਮਾਤਾ ਪਿਤਾ ਰਾਹੀਂ ਜਗਤ ਅੰਦਰ ਆਏ ਹੋਈਏ ਉਹਨਾਂ ਦੇ ਨਾਲ ਝਗੜੇ ਨਹੀਂ ਪਾਈਦੇ। ਉਹਨਾਂ ਦੇ ਅਧੀਨ ਜੇ ਆਪਾਂ ਕਿਤੇ ਜੀਵਨ ਬਤੀਤ ਕਰਾਂਗੇ ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਉਹ ਜਿੱਥੇ ਵੀ ਸਾਨੂੰ ਰੋਕਣਗੇ, ਜਿੱਥੇ ਵੀ ਸਾਨੂੰ ਟੋਕਣਗੇ ਉਸ ਦੇ ਅੰਦਰ ਸਾਡਾ ਭਲਾ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਅਸੀਂ ਨਾ ਸਮਝਦੇ ਹੋਏ ਕਈ ਵਾਰ ਮਾਪਿਆਂ ਤੋਂ ਬਾਹਰੇ ਹੋ ਜਾਂਦੇ ਆ ਤੇ ਬਾਅਦ ਦੇ ਅੰਦਰ ਪਛਤਾਉਣਾ ਪੈ ਜਾਂਦਾ ਹੈ। ਸਾਹਿਬ ਕਹਿਣ ਲੱਗੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਤੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਚਾਰੇ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਜਿਸ ਵਕਤ ਆ ਚਮਕੌਰ ਦੇ ਜੰਗ ਅੰਦਰ ਦੋ ਸਾਹਿਬਜ਼ਾਦੇ ਸਾਹਿਬ ਜੀ ਦੇ ਨਾਲ ਬਰਾਬਰਤਾ ਦਾ ਸਾਥ ਦਿੰਦੇ ਨੇ ਤੇ ਜੋਗੀ ਅੱਲਾ ਯਾਰ ਖਾਨ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਕੱਚੀ ਗੜੀ ਦੀ ਮਮਟੀ ਦੇ ਉੱਪਰ ਖੜੇ ਹੋਏ ਜਦੋਂ ਸਾਹਿਬਜ਼ਾਦਿਆਂ ਨੂੰ ਮੈਦਾਨੇ ਜੰਗ ਦੇ ਅੰਦਰ ਲੜਦਿਆਂ ਦੇਖਦੇ ਨੇ ਤੇ ਉਥੋਂ ਖੜੇ ਹੋਏ ਇਹ ਬਚਨ ਕਰ ਰਹੇ ਨੇ ਕਿ ਸ਼ਾਬਾਸ਼ ਪਿਸ਼ਰ खूब दलेरी से लड़े हो, हाँ क्यों ना हो गोबिंद के फरजंद बड़े हो। तुसी गुरु गोबिंद सिंह पातशाह दे पुत्र हो,
क्यों ना तुसी बराबर साथ देवोगे। पर भाई गुरदास जी ने कुछ क साहिबजादियां दा जिक्र भी कर दिता। बचन आपां विचार रहे हैं कि जे प्राणी कौमे तजी करता राम पछान कहो नानक वो मुक्त नर। ए मन साची मान के हे मना इस गल नूं सच्ची करके मन ले। इस घर दे अंदर खून दे रिश्ते नूं कोई पहल नहीं दिती जानी। इस घर दे अंदर जिहड़ा हुक्म अंदर रजा अंदर चल पिया बस ओ ही सत्कारिया जाएगा। इत्थे गुरु पुत्र भावें होवे जे ओ हुक्म रजा अंदर नहीं ते उस दी भी बात नहीं पुछी जाएगी। असीं दुनियावी तौर ते दुनियावी रिश्तियां नूं पहल देवांगे। जिस वक्त साडे घर दे अंदर साडी भैण दे किते बच्चे आ जाणगे ते आपां कोई भी भावें इस तरह का उदाहरण ले लईए। आपां किसे नूं पुछे जे कोई पुछदा है ते आपां कह देवांगे ये साडी भैण दे बच्चे साडे कोल कुछ दिन रहण वास्ते आए ने। असीं कदी नहीं कहिंदे कि ये साडे जीजा जी दे बच्चे हन क्योंकि भैन दे नाल खून दा रिश्ता है। ते जिस वक्त किते मामियां दे नानकियां दे परिवार विचों कोई बच्चे आ जाण ते उस वक्त असीं कदी नहीं कहिंदे कि ये साडी मामी दे बच्चे हन। उस वक्त असीं कहने आ साडे मामा जी दे बच्चे क्योंकि खून दा रिश्ता जिहड़ा है वो मामे दे नाल जुड़िया होया है। हर पासे इस तरह भावें देख लईए खून दे रिश्ते नूं पहल दित्ती जाएगी। पर सतगुरु दा घर कहंदा सो सिख सखा बंधव है भाई। जे गुर के भाणे विच आवे अपने भाणे जो चले भाई विछुड़ चोटां खावे। इत्थे भावें गुरु का साहिबजादा भी क्यों ना होए नहीं सत्कारिया जाएगा जे ओ साथ बराबरता दा गुरु साहिब दे नाल नहीं देंदा। भाई गुरदास जी दे ओ बचन कुछ साहिबजादियां संबंधी मैं जिक्र कर लगा सा जिथे उन्हां ने बाबा श्री चंद तक दा भी जिक्र कर दिता है। भावें असीं बाबा श्री चंद जी नूं बड़ा मान सन्मान देने आ कि उन्हां ने गुरमत दा प्रचार कीता। पर जिस वक्त भाई गुरदास जी नूं पढ़दे आ ते ओ बड़े नेड़े दे हन और उन्हां ने बहुत सोहना किते किते इतिहास बयान कर दिता। कहन लगे ना बाबा श्री चंद कहने अंदर आए और इस गल नूं बाबा सत्ता बलवंड जी ने भी रामकली राग दे अंदर बयान कर दिता। कहन लगे पुत्री कौल ना पालियो कर पीरो कन मुरटिया कि जो गुरु नानक साहिब कहंदे सन उन्हां तो ये साहिबजादे उल्टी चलदे रहे। गुरु ग्रंथ साहिब जी की अगवाई है ते भाई गुरदास जी कहन लगे बाबा श्री चंद कहने अंदर नहीं आए बाबा लक्ष्मी दास भी कहने अंदर नहीं आए। उस तो बाद गुरु अंगद साहिब जी दे दो साहिबजादे बाबा दातू जी बाबा दासो जी गुरमत दे ऊपर ओ भी सही तरह पहरा नहीं दे सके। फिर अगे जाके बाबा अमरदास उन्हां दे दो साहिबजादे बाबा मोहन जी बाबा मोरी जी ए भी गुरु साहिब जी दे कहने अंदर कोई बहुता ज्यादा नहीं आए। हाँ बाद दे अंदर कोई सन्मुख होए ने साहिबजादे बाबा मोरी जी जिन्हां नूं गुरु की पावन बाणी कहंदी है कि मोरी पुत सन्मुख होया रामदास पैरी पाए जियो। पर दात जोत उस समय गुरु रामदास पातशाह दे कोल जा चुकी सी। जदों वेला हथों निकल जाए फिर कहने अंदर भी आ जाइए ओ कादा कहने अंदर आउणा। उस वक्त ए दात जोत गुरु रामदास पातशाह कोल चली गई। जे बाबा मोहन जी दा जिक्र आया इतिहास कहंदा है कि गुरु अर्जन साहिब उन्हां कोल पोथियां लैण वास्ते गए पर भाई गुरदास जी कहन लगे ओ ते कमले हन ओ ते कहने अंदर ही कोई नहीं ओ ते हंकारी ओ खौमे अंदर जा रहे ने ओ गुरु दे इन्हां ख्यालां दे नाल सहमति कोई नहीं। जदों भाई गुरदास जी ने इन्हां साहिबजादियां दा जिक्र कीता क्योंकि अगे जाके भी दो तीन होर साहिबजादे बाबा राम राय दिल्ली दी धरती ते आके ओ भी करता बन बैठदे ने कि मेरे कोल सारी ताकत है। बाबा धीरमल वर्गे इन्हां नूं भी आपां अगे समा मिलिया विचारांगे क्योंकि इन्हां ने गुरु तेग बहादुर साहब जी दे नाल बड़ा धक्का जोरी बाबे बकाले दी धरती ते कीती है। यह भी कहने अंदर नहीं आए। भाई गुरदास जी ने माफी अंदर रखना
कुत्ता तक शब्द वरत दिता इन्हां साहिबजादियां संबंधी कि एक कुत्ते खण एक गुरु दे हुक्म दे मुताबिक नहीं चले। गुरु दे चंदन गुरु दे नेड़े रह के भी इन्हां ने सुगंधी नहीं माणी। भाई गुरदास जी ने जिक्र किया, कहन लगे बाल जती है श्री चंद, बाणा देहरा बनाया, लक्ष्मी दासो धर्म चंद, पोता होए कै आप गणाया, मंजी दास बहालिया, दाता सिधासन सिख आया, मोहन कमला होया, चौबारा मोरी मनाया, मीणा हुआ पृथिया, कर कर टेडक बरल चलाया, महादेव अमेयो कर कर बेमुख, कुत्ता पौंकाया, चंदन वास न वास बहाया। कि गुरु दे नेड़े रह के भी इन्हां ने गुरु तो बख्श रहमतां जिहड़ियां सन ओ ना माणियां। साहब जी जिक्र कर रहे ने, जे प्राणी कौमे तजी करता राम पछान, जिस प्राणी ने कौमे नूं त्याग दिता, अपनापन खत्म कर दिता, आपा विचों खत्म कर दिता, करता खत्म कर दिता कि मैं कुछ भी नहीं, हे मेरे मालिक सारी बख्शिश रहमत जिहड़ी है वो तेरी है। भाई साहिब भाई वीर सिंह इसनों इस तरह बयान करते ने कि क्यों होया एवें थां थां ते किंतु परंतु ना कर, क्यों होया ते किकू होया, खप खप मरे सियाणे, उस राह पवे क्यों जिंदे, जिस राह पूर महाणे, भटकण छड्ड लटकला इको, खीवी खोरंग माणी, होशां नालों मस्ती चंगी, रख दी अकल टकाने, क्यों मान करदा फिरदा है। एक दिन जगत दे वे शरीर नूं छड्ड जाना है, इसने साथ सदीव नहीं देना। हौमे दा जिक्र चल रहा है ते करतापन दा जिक्र चल रहा है। देखो दुनिया दे अंदर जदों प्राणी जाएगा, जिन्ना भी धन है सारे दा सारा छड्ड जाएगा। ये इंसान अपने मित्रां दोस्तां नूं छड्ड जाएगा, परिवार नूं छड्ड जाएगा, अपने तन दे ऊपर पाउण वाले सारे वस्त्र जेड़े ने वो छड्ड जाएगा। इथों तक दुनिया दा सारा सुख कह लईए ये छड्ड जाएगा। पर खौमे दे जेड़े कीटाणु हन ये ते शमशान घाट दी उस अग दे अंदर भी जाके कोई नहीं सड़दे, ये तां फिर अगे चल पैंदे ने। साहब जी ने इस जिक्र कीता कौम विच आया, फिर नाल ही कह लगे कौम विच गया, ये कौमें नाल चली गई। बस ऐसे करके ही फिर अगला जन्म हो गया, क्योंकि इसे दे मुताबिक ही तू चलदा रहा ते ये हुण जेड़ी है कौमें तैनू अपने अधीन चलाएगी। साहब कह लगे क्यों मान करदा फिरदा है, इन्हां गल्लां दा त्याग कर दे। बुल्ले शाह ने भी बड़ी सोहनी गल कही, कह लगे वो तीर्थां ते जिक्र करदे ने जानदा, भावें कोई इस्लाम वाला होवे, भावें कोई हिंदू होवे, भावें कोई साडे विचों क्यों ना होवे, जे कौमे नूं नहीं त्यागिया ते गुरु घरां अंदर जां धार्मिक अस्थानां ते आउण दा भी कोई बहुता कहण लगे लाभ मैनूं नजर नहीं आउंदा। उन्हां ने जिक्र कीता मक्के गया गल मुकदी नहीं, जेकर दिलों ना आस मुकाइए, गया गया गल मुकदी नहीं, भावें किन्ने पिंड भराइए, गंगा गया गल मुकदी नहीं, भावें 100 गोते लाइए। बुल्ले शाह गल तां बनदी जे मैनू खरे लुटाइए, जे मैं जे कौमें दा त्याग कर देगा तां कुछ प्राप्त होना है, नहीं ते मिलिया होया समा जिहड़ा है इसे तरह ही बर्बाद हो जाएगा। शायद भाई गुरदास जी ने तां ही ये गल कही कि इस घर दे अंदर आउण वाले सजना तैनू एक मुर्दे दे वांग बनना पएगा, क्योंकि जिस वक्त श्वास निकल जाते ने उस वक्त मुर्दे दी कोई भी अपनी मर्जी नहीं। ये वखरी गल के कर्म कांडा अंदर पे हुए असी बड़े इस तरह दे यतन करते हैं। कोई प्राणी चढ़ाई कर जाए, घर विचों कड्डन लगिया कोई कहेगा पैर पहला बाहर कड्डे जान, कोई कहंदा सिर पहला कड्डिया जाए, कोई कहंदा सिर इस पासे वल कर लो, कोई कहंदा पैर इस पासे वल कर लो। जे जिउंदियां कुछ नहीं कीता हुण जिस पासे वल मर्जी कर लो, गुरुद्वारे भी भावें उसनूं लिया के मत्था टिका दिओ तां भी कुछ नहीं होना, क्योंकि जे जिंदगी अंदर कुछ नहीं कीता ते हुण कीतियां की होएगा। भाई गुरदास जी कह लगे मुर्दा बनना पएगा, क्योंकि मुर्दे दी कोई भी अपनी मर्जी नहीं, जिस पासे वल मर्जी उसनूं ले जाओ।
किते भी उसनूं सुट दिओ, कोई नहीं वो बोलेगा कि मेरा तुसीं ध्यान नहीं रखिया, मैं तुहाडे वास्ते एडी वड्डी कोठी बना दित्ती, इन्नी जमीन जायदाद जोड़ दित्ती, अज मेरी वारी आई ते घर तो बाहर कढ के सुट दिता, मैनू अगन भेंट कर दिता। नहीं, मुर्दा कुछ नहीं बोलदा। साहब कह लगे बस तू भी इस घर दे अंदर आउण वालिया खौमे दा त्याग कर दे, करतेपन दा त्याग कर दे, बस मुर्दा बन जा। जदों मुर्दा बन जाएगा ते गुरु मानो एक कबर दी न्याई है, तैनू अपने विच ही समा लेगा। भाई गुरदास जी कह लगे मुर्दा कोई मुरीद सो गुर गोर समावे, शब्द सुरत लिवलीन होए ओ आप गवावे, बस आपा ही खत्म कर दे, आपा गवा दे। किसी विद्वान ने होर इस संबंधी बड़ा सोहना बोल साझा किया, कह लगे मिटा दे अपनी हस्ती को, अगर कुछ मर्तबा चाहे कि दाना खाक में रलकर गुले गुलजार होता है। जेड़ा दाना खेत अंदर पाउने आ ਉਹ ਨਹੀਂ ਵੱਡਾ ਹੁੰਦਾ, ਉਸ ਦੇ ਵਿੱਚੋਂ ਇੱਕ ਨਵਾਂ ਪੌਦਾ ਪੈਦਾ ਹੋ ਜਾਂਦਾ ਹੈ। ਜਿਹੜਾ ਖੇਤ ਅੰਦਰ ਬੀਜਿਆ ਗਿਆ ਉਹ ਤੇ ਆਪਾ ਖਤਮ ਕਰ ਗਿਆ। ਸਾਹਿਬ ਕਹਿਣ ਲੱਗੇ ਬਸ ਆਪਣੀ ਕੌਮੇ ਨੂੰ ਖਤਮ ਕਰ ਦੇ, ਵਿੱਚੋਂ ਇੱਕ ਨਿਮਰਤਾ ਦਾ ਪੌਦਾ ਪੈਦਾ ਹੋ ਜਾਏਗਾ। ਉਹ ਨਿਮਰਤਾ ਦਾ ਪੌਦਾ ਹੀ ਇਸ ਜਗਤ ਦੇ ਅੰਦਰ ਸਮਾਜ ਅੰਦਰ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਤੈਨੂੰ ਸੋਭਾ ਦਵਾ ਜਾਏਗਾ। ਸਾਹਿਬ ਜੀ ਇਹ ਜ਼ਿਕਰ ਕਰ ਰਹੇ ਨੇ ਕਿ ਜੇ ਪ੍ਰਾਨੀ कौमे तजी, जिस प्राणी ने कौमे नू त्याग दिता, करता राम पछाण, जिसने आपा पासे करके करता परमात्मा नू मन्निया कि मैं कुछ भी नहीं, सब कुछ करन वाला मेरे मालिक तू है, ते राम दे मम्मे नू औंकड़ लगा होया है। गुरबाणी ग्रामर दे मुताबिक एक वचन पुलिंग दे अंदर गल चल रही। साडे अंदर कुछ ऐसे विद्वान भी पैदा हुए जिन्हां ने कुछ ऐसे शब्दां दी गिनती कर दिती। गोबिंद आया इन्नी वारी आया, माधो आया इन्नी वारी आया, वाहिगुरु आया इन्नी वारी आया, राम आया इन्नी बार आया, पर माफी अंदर रखना एक गिनती सही नहीं बैठती, क्योंकि जिमें दा सेंटेंस चल रहा है उस दे मुताबिक ही उस दे अर्थ होने ने। ये नहीं कि जिथे राम शब्द आ गया बस हुण राम शब्द दे अर्थ जां रामचंद्र कर लईए जां परमात्मा कर लईए, नहीं, जिवें दी गल चल रही है उस तरह दा ही अर्थ होएगा। हर थां ते रामचंद्र नहीं ते हर थां ते परमात्मा नहीं। अगे जाके जिक्र आउणा है, जिथे साहब ने कहा राम गयो रावण गयो जाको बहु परिवार, उथे अर्थ होवेगा रामचंद्र। हर थां ते रामचंद्र नहीं। सीता लै गयो दासरो लक्ष्मण मूह शराब, इस अंदर भी राम शब्द आउंदा है, इत्थे भी गल रामचंद्र दी चल रही है। ते हुण जदों आपां होर शब्द पढ़दे आ, ताती वाओ न लग गई पार ब्रह्म शरणाई, चौगिरद हमारे रामकार, हुण फिर राम शब्द आया, इत्थे अर्थ होवेगा परमात्मा। हुण जदों सतगुरु दी एक पंक्ति मैं अगली सांझी करांगा ते गल होर क्लीयर हो जाएगी। वीर रणजीत सिंह जी जिहड़े पिछले दिनी बोल सांझे कर रहे सन, राम जपो जी ऐसे ऐसे ध्रुव प्रहलाद जपियो हर जैसे, भगत ध्रुव जी भगत प्रहलाद जी वो राम नू जपदे ने, ते जे इहदे अर्थ रामचंद्र कर दईए ते वो सही नहीं बैठदे, क्योंकि भगत प्रहलाद जी ते भगत ध्रुव जी सतयुग दे अंदर पैदा हुए ने, ते रामचंद्र जिहड़े हन वो त्रेते दे अवतार ने। 6.5 लाख साल बड़ा लंबा समा बन जाता है। 6.5 लाख साल बाद भगत प्रहलाद अते भगत ध्रुव जी तो रामचंद्र जी इस जगत दे अंदर आउंदे ने। फिर इन्हां बच्चियां ने इन्हां भगतां ने किहड़े राम नू जपिया? इहदा अर्थ है कि जिहड़ा थां थां ते रमिया होया है उस राम दा जिक्र चल रहा है। इत्थे दशरथ दे पुत्र राम दी गल नहीं चल रही। मैं जिक्र कर रहा सा कि सोच विचार के बचना नू पढ़िया जाए। ये नहीं कि जिथे भी राम शब्द आ गया जां वो रामचंद्र दे नाल जुड़िया होवेगा जां वो परमात्मा वास्ते वो देखना पएगा कि किवें दे वो बचन चल रहे ने। फिर उसे मुताबिक ही अर्थ होणगे। जे प्राणी कौमे तजी करता राम पछान, कहो नानक वो मुक्त नर
ਇਹ ਮਨ ਸਾਚੀ ਮਾਨ ਉਹੀ ਅਸਲ ਦੇ ਅੰਦਰ ਮੁਕਤ ਹੈ, ਭਰਮਾਂ ਵਿੱਚੋਂ ਨਿਕਲ ਜਾਏਗਾ। ਜਿਹੜਾ ਆਪਣੀ ਕੌਮੇ ਦਾ ਮੱਥਾ ਗੁਰੂ ਅੱਗੇ ਟੇਕ ਦੇਗਾ ਕਿ ਅੱਜ ਤੋਂ ਬਾਅਦ ਮੈਨੂੰ ਆਪਣੀ ਅਕਲ ਦੇ ਦੇ, ਤਾਂ ਹੀ ਮੇਰਾ ਆਇਆ ਸਫਲ ਹੋਣਾ। ਗੁਰੂ ਘਰ ਅੰਦਰ ਆਉਂਦੇ ਆ, ਰੁਮਾਲਾ ਭੇਟ ਕਰ ਦਿੰਦੇ ਆ, ਅਸੀਂ ਵਾਪਸ ਨਹੀਂ ਲੈ ਕੇ ਜਾਂਦੇ। ਗੁਰੂ ਘਰ ਦੇ ਅੰਦਰ ਲੰਗਰ ਦਿੱਤਾ, ਕੋਈ ਹੋਰ ਵਸਤੂ ਦਿੱਤੀ, ਇੱਥੇ ਭੇਟਾ ਕਰ ਦਿੱਤੀ, ਅਸੀਂ ਵਾਪਸ ਲੈ ਕੇ ਨਹੀਂ ਜਾਂਦੇ। ਪਰ ਜਿਸ ਵਕਤ ਆ ਕੇ ਆਪਾਂ ਮੱਥਾ ਟੇਕਦੇ ਆ, ਆਪਣੀ ਅਕਲ ਸਿਆਣਪ ਅੱਗੇ ਰੱਖਦੇ ਆ ਤੇ ਉਸੇ ਤਰ੍ਹਾਂ ਹੀ ਚੁੱਕ ਕੇ ਵਾਪਸ ਲੈ ਜਾਂਦੇ ਆ। ਅਸੀਂ ਆਪਣੇ ਆਪ ਨੂੰ ਬਹੁਤਾਤ ਬਦਲਣਾ ਨਹੀਂ ਚਾਹੁੰਦੇ। ਸਾਹਿਬ ਕਹਿਣ ਲੱਗੇ ਆਪਣੇ ਆਪ ਨੂੰ ਬਦਲੇਗਾ, ਹਉਮੈ ਤੋਂ ਖਲਾਸੀ ਪਾਏਗਾ, ਤਾਂ ਹੀ ਇਹਨਾਂ ਗੁਰੂ ਕੇ ਬਚਨਾਂ ਦੀ ਸਮਝ ਆਉਣੀ ਏ। ਨਹੀਂ ਤੇ ਮੈਂ ਬੋਲੀ ਜਾਵਾਂਗਾ, ਆਪ ਜੀ ਸੁਣੀ ਜਾਓਗੇ ਤੇ ਥੱਲੇ ਉਤਰਦਿਆਂ ਸਾਰ ਇਹ ਸਾਰਾ ਕੁਝ ਇੱਥੇ ਦਾ ਇੱਥੇ ਹੀ ਰਹਿ ਜਾਏਗਾ। ਫਿਰ ਇਹ ਸਾਡੇ ਦਿਹਾੜੇ ਮਨਾਏ ਸਫਲੇ ਨਹੀਂ ਹੋਣੇ। ਸਾਰਾ ਤੇ ਯਾਦ ਨਹੀਂ ਰਹਿ ਸਕਦਾ, ਪਰ ਕੁਝ ਨਾ ਕੁਝ ਹੀ ਆਪਣੇ ਜੀਵਨ ਦਾ हार श्रृंगार गुरु की पावन बाणी बना लईए। किनका एक जिस जी बसावे। साहिब तां गुरु गोबिंद सिंह पातशाह इथों तक कह लगे, एक चित जे एक छिन ध्यायो, काल फास के बीच न आयो। पर गुरु दे नाल प्यार भी करना पएगा, जिन प्रेम कियो तिन ही प्रभ पायो। गुरु दे नाल प्रेम कर। साहिब ने जो अगे बख्शिश कीती, भै नासन दुरमत हरण, कल में हर को नाम, निस दिन जो नानक भजै, सफल होए ते काम। साडे दुनिया दे कारज सफल हो जांदे ने ते असीं गुरु दा शुकराना कर दिंदे, बस गल मुक जांदी है। साहिब कह लगे लई अंदरला भी एक कारज है, जिहड़ी आत्मा परमात्मा दे नालों टुटी आउंदी है, उस संबंधी भी पुकार करदा रहे। कबीर केसो केसो कूकीए, ना सोइए असार, रात दिवस के कूकड़े कबू के सुने पुकार। अंदर संबंधी भी पुकारी जा के करता तू मेरा जजमान, एक दखना को तै पै मांगू, दे अपना नाम, मैनू अपना नाम दे दे, ताकि मेरे दोवें कारज सुहेले हो जान। भै नासन गुरु हर प्रकार दे तेरे भै दूर करने चाहुंदा है, पर वो तां ही होवेगा जे गुरु के बचनां नू अंदर थां देवांगे। प्रभ की शरण सगल भै लाथे, दुख बिन से सुख पाया, दयाल हुआ पार ब्रह्म स्वामी। पूरा सतगुर ध्याया, जिसने पूरे गुरु नू ध्या लिया, उस दी ए भै दी माड़ी मत दुरमत हरण, ओ माड़ी मत दा भी विनाश कर देंदा है। सफल होए ते काम, निस दिन जो नानक भजै, सफल होए ते काम। साहिब कह लगे जेड़ा करते नू चेते कर लैंदा है, दिन रात उस नू आराधी जांदा है, उस दे दुनिया दे कारज भी सफल हो जांदे ने, क्योंकि विच करता पुरख लोआ, वाल ना विंगा हुआ। अरदास कीती सी ये कारज सफल हो जाए, ते गुरु फिर अपने कीते उस कारज नू अधूरिया नहीं छड्डदा, क्योंकि गुरु नू विच विचोला पा लिया। साहिब कह लगे वो तेरे कारज सारे सफले कर देगा। पहले श्लोक अंदर साहिब ने कहा, हौमै नू त्याग दे, करता ना बन के मैं कुछ कीता, गुरु उपर छड्ड दे, सब कुछ करन वाला तू आप है। हर एक जन्म दे अंदर तू संभालदा रहा। अज ते मैं सारा कुछ बोल सकदा, जदों मैं बोल ही कुछ नहीं सकदा। मैं तो नहीं सीखिया कि मेरा फलाने शहर अंदर जन्म हो जाए, मैं नहीं सीखिया मेरे माता पिता ए मिल जान, मैनू भैन भरा ए मिल जान, मित्र दोस्त ए मिल जान। ए उस समय तू करता, तू आप ही सब कुछ दिता, ते हुण भी मेरे मालक सब कुछ तू आपे दई जा। साहिब जी ने इन्हां दो श्लोकां अंदर जिहड़ी विचार सांझी कीते कि खौमे नू त्याग दे, करता ना बन, तेरा भै चला जाएगा, तेरी दुरमत चली जाएगी। ते जद आसा की वार नू देखदे आ, साहिब कह लगे बस सेवा कर, सिमरन कर, गुरु की संगत कर, ये सब कुछ ही तेरा चला जाएगा। क्योंकि आसा की वार जदों आपां पढ़दे आ, उस दे अंदर जिहड़ी 7ਵੀਂ पौड़ी आउंदी है, उस अंदर साहिब ने सेवा का जिक्र किया है। ते जिहड़े नाल 2 श्लोक आए ने, उन्हां श्लोकां दे अंदर साहिब जी ने हौमै दा जिक्र कर दिता है। एक पासे देखो हौमै दी गल है, ते दूसरे पासे सेवा दी गल, क्योंकि हौमै नूं मिटाउणा है ते सेवा करनी पेगी। उस अंदर साहिब जी ने बख्शिश कीती। पहला श्लोक कहन लगे, खौम विच आया
ਹੋਂ ਵਿੱਚ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਨੇ ਤੇ ਅਗਲਾ ਸ਼ਲੋਕ ਗੁਰੂ ਅੰਗਦ ਸਾਹਿਬ ਦਾ ਹੈ, ਹਉਮੈ ਏਹਾ ਜਾਤ ਹੈ ਹਉਮੈ ਕਰਮ ਕਮਾਹੇ। ਦੋਨੋਂ ਸ਼ਲੋਕ ਹਉਮੈ ਦੀ ਗੱਲ ਕਰ ਰਹੇ ਨੇ ਤੇ ਹੁਣ ਹਉਮੈ ਨੂੰ ਮਿਟਾਣਾ ਹੈ ਤੇ ਨਾਲ ਹੀ ਜਿਹੜੀ ਪੌੜੀ ਰੱਖ ਦਿੱਤੀ ਉਹ ਸੇਵਾ ਦੀ ਰੱਖ ਦਿੱਤੀ ਕਿ ਸੇਵ ਕੀਤੀ ਸੰਤੋਖੇ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਮੇਰੇ ਵਰਗਾ ਤੇ ਬਹੁਤਾਤ ਗੁਰੂ ਘਰ ਅੰਦਰ ਪ੍ਰਸ਼ਾਦਾ ਪਾਣੀ ਛਕਦਾ ਹੈ ਤੇ ਇਹ ਆਪਣੇ ਬਰਤਨ ਵੀ ਧੋਣ ਜੋਗਾ ਨਹੀਂ ਰਹਿ ਗਿਆ। ਸੇਵਾ ਇਸ ਘਰ ਦੇ ਵਿੱਚੋਂ ਸਿੱਖਣੀ ਸੀ ਕਿ ਸੇਵਾ ਇੱਥੇ ਕਰਕੇ ਉਸ ਸੇਵਾ ਨੂੰ ਬਾਹਰ ਕਿਤੇ ਸਮਾਜ ਅੰਦਰ ਲਾਗੂ ਕਰਦਾ, ਪਰ ਅੱਜ ਬਹੁਤਾਤ ਸੇਵਾਵਾਂ ਸਾਡੇ ਖੱਤੋਂ ਚਲੀਆਂ ਗਈਆਂ। ਪੁਰਾਤਨ ਸੇਵਾਵਾਂ ਨੂੰ ਜਦੋਂ ਦੇਖ ਦੇਖਾਂ ਆਈ ਹੋਈ ਸੰਗਤ ਨੂੰ ਹੱਥ ਦੇ ਨਾਲ ਪੱਖੇ ਚੱਲੇ ਜਾਂਦੇ ਸਨ। ਦੂਰ ਦੂਰ ਤੋਂ ਬਾਬਾ ਅਮਰਦਾਸ ਬਿਆਸ ਦਰਿਆ ਤੋਂ ਪਾਣੀ ਲਿਆ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ। ਪ੍ਰਸ਼ਾਦਾ ਬਣਾਉਣ ਦੀ ਸੇਵਾ, ਆਟਾ ਗੁੰਨਣ ਦੀ ਸੇਵਾ। ਅੱਜ ਦੇ ਯੁੱਗ ਅੰਦਰ ਇਹ ਬਹੁਤਾ ਕੰਮ ਮਸ਼ੀਨਾਂ ਹੀ ਕਰਦੀਆਂ ਜਾ ਰਹੀਆਂ ਨੇ। ਸਾਡੇ ਖੱਤੋਂ ਸੇਵਾਵਾਂ ਖੁੱਸਦੀਆਂ ਜਾ ਰਹੀਆਂ ਨੇ। ਇਹ ਇਨਸਾਨ ਗੁਰੂ ਘਰ ਦੇ ਅੰਦਰ ਆਏ ਕੋਈ ਸੱਜਣਾ ਇਸ ਘਰ ਦੇ ਅੰਦਰ ਕੁਝ ਤੇ ਸੇਵਾ ਕਰ ਲੈ, ਆਪਣੇ ਬਰਤਨਾਂ ਨੂੰ ਹੀ ਧੋ ਲੈ ਤਾਂ ਕਿ ਕਿਤੇ ਸੇਵਾ ਕਰਨ ਦੀ ਜਾਚ ਆ ਜਾਏ। ਦੂਸਰਾ ਹੈ ਸੰਗਤ। ਜਦੋਂ ਸੰਗਤ ਕਰੇਗਾ, ਕਿਉਂਕਿ ਕਈ ਵਾਰ ਕੀ ਹੁੰਦਾ ਹੈ ਅਸੀਂ ਘਰ ਦੇ ਅੰਦਰ ਬੈਠੇ ਕੋਈ ਯਤਨ ਕਰਨੇ ਆ ਗੁਰੂ ਘਰਾਂ ਦੇ ਅੰਦਰ ਸਾਨੂੰ ਨਾ ਆਉਣਾ ਪਏ, ਅਸੀਂ ਉੱਥੇ ਬੈਠ ਕੇ ਸਭ ਕੁਝ ਸਰਵਣ ਕਰ ਰਹੇ ਆ। ਸ਼ਾਇਦ ਅੱਜ ਦਾ ਮੀਡੀਆ ਜਿਹੜਾ ਹੈ ਇਹ ਵੀ ਬਹੁਤਾਤ ਗੁਰੂ ਘਰ ਦੀਆਂ ਇਹਨਾਂ ਸੰਗਤਾਂ ਨੂੰ ਤੋੜੀ ਜਾ ਰਿਹਾ ਹੈ, ਕਿਉਂਕਿ ਸਭ ਕੁਝ ਘਰ ਦੇ ਅੰਦਰ ਬੈਠੇ ਮਿਲੀ ਜਾ ਰਿਹਾ ਹੈ। ਇੱਥੇ ਹਰਮੰਦਰ ਸਾਹਿਬ ਤੋਂ ਸਿੱਧੇ ਟੀਵੀ ਤੇ ਬਚਨ ਸੁਣਨ ਨੂੰ ਮਿਲ ਰਹੇ ਨੇ, ਇੱਥੇ ਕਥਾ ਕਹਾਣੀਆਂ ਘਰ ਦੇ ਅੰਦਰ ਬੈਠੇ ਮਿਲ ਰਹੀਆਂ ਨੇ। ਚੰਗੀ ਗੱਲ ਹੈ, ਪਰ ਇਸ ਦੇ ਨਾਲ ਸੰਗਤ ਜ਼ਰੂਰੀ ਹੈ, ਕਿਉਂਕਿ ਘਰ ਦੇ ਅੰਦਰ ਬੈਠ ਕੇ ਕੁਝ ਸੁਣਾਂਗੇ ਤੇ ਖੌਮੇ ਹੰਕਾਰ ਆ ਜਾਏਗਾ ਕਿ ਮੇਰੇ ਵਰਗਾ ਕੋਈ ਸੇਵਕ ਨਹੀਂ। ਮੈਂ 2 ਵਜੇ ਉੱਠ ਪੈਣਾ, ਮੈਂ 3 ਵਜੇ ਉੱਠ ਕੇ ਇਸ਼ਨਾਨ ਪਾਨ ਕਰ ਲੈਣਾ, ਪਰ ਜਦੋਂ ਗੁਰੂ ਘਰ ਅੰਦਰ ਆ ਕੇ ਸੰਗਤ ਕਰਾਂਗੇ ਉਦੋਂ ਪਤਾ ਲੱਗਣਾ ਇੱਥੇ ਤੇ ਮੇਰੇ ਤੋਂ ਵੀ ਪਹਿਲਾਂ ਆ ਕੇ ਕਈ ਬੈਠੇ ਹੋਏ ਨੇ। ਕਿਉਂਕਿ ਜਦੋਂ ਇੱਕ ਦੀਵਾ ਜਗਦਾ ਉਸ ਦੇ ਥੱਲੇ ਹਨੇਰਾ ਹੋ ਜਾਂਦਾ ਹੈ ਤੇ ਜਦੋਂ 2 ਦੀਵੇ ਜਗ ਜਾਂਦੇ ਨੇ ਇੱਕ ਦੂਸਰੇ ਦੇ ਹਨੇਰੇ ਨੂੰ ਉਹ ਮਿਟਾ ਕੇ ਰੱਖ ਦਿੰਦੇ ਨੇ। ਘਰ ਅੰਦਰ ਤੂੰ ਬੰਦਗੀ ਕਰਦਾ ਹੋਵੇਂਗਾ, ਉਹ ਇੱਕ ਦੀਵੇ ਵਾਂਗ ਹੈ, ਥੱਲੇ ਹਨੇਰਾ ਹੋ ਜਾਏਗਾ, ਖੌਮੇ ਹੰਕਾਰ ਵਿਕਾਰ ਪੈਦਾ ਹੋ ਜਾਣਗੇ। ਪਰ ਜਦੋਂ ਗੁਰੂ ਘਰ ਦੇ ਅੰਦਰ ਆ ਕੇ ਸੰਗਤ ਅੰਦਰ ਬੈਠ ਕੇ ਗੁਰੂ ਕੇ ਬਚਨਾਂ ਨੂੰ ਸੁਣੇਗਾ ਤੇ ਫਿਰ ਤੇਰੀ ਖੌਮੇ ਤੇਰੇ ਵਿਕਾਰ ਚਲੇ ਜਾਣਗੇ ਕਿ ਇੱਥੇ ਮੇਰੇ ਤੋਂ ਵੀ ਵੱਧ ਬੰਦਗੀ ਕਰਨ ਵਾਲੇ ਬੈਠੇ ਹੋਏ ਨੇ। ਇਸ ਕਰਕੇ ਸੰਗਤ ਜ਼ਰੂਰੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਸਾਹਿਬ ਕਹਿ ਲਗੇ ਜਿਹੜਾ ਸੰਗਤ ਦੇ ਅੰਦਰ ਆ ਜਾਂਦਾ ਹੈ ਫਿਰ ਉਹ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾ ਲੈਂਦਾ ਹੈ, ਉਹ ਸੇਵਾ ਕਰਦਾ ਹੈ ਤੇ ਗੁਰੂ ਕੇ ਉਪਦੇਸ਼ ਨੂੰ ਜਦੋਂ ਕਮਾਏਗਾ ਫਿਰ ਉਹ ਸਾਰਾ ਦਿਨ ਆਪਣੇ ਜੀਵਨ ਦੇ ਅੰਦਰ ਜਿਹੜਾ ਮਰਜ਼ੀ ਕੰਮ ਕਰੇ ਉਹ ਮਾਲਕ ਆਪ ਵਿੱਚ ਵਰਤ ਕੇ ਫਿਰ ਉਸ ਦੀ ਰਾਖੀ ਕਰਦਾ ਹੈ। ਸਤਿਗੁਰੂ ਕਿਰਪਾ ਕਰਨ। ਇਹਨਾਂ ਬਚਨਾਂ ਅੰਦਰ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਕਿ ਇਸ ਘਰ ਵੱਲ ਆਉਣ ਵਾਲਿਆ ਸਾਰੇ ਕੁਝ ਦਾ ਤਿਆਗ ਕਰ ਦੇ, ਆਪਾ ਖਤਮ ਕਰ ਦੇ, ਤੇਰੀ ਮਾੜੀ ਮੱਤ ਤੇਰੇ ਭੈ ਸਾਰੇ ਗੁਰੂ ਵਿਨਾਸ਼ ਕਰ ਦੇਗਾ। ਕੁਝ ਕੰਮ ਤੇਰਾ ਹੈ ਤੇ ਕੁਝ ਕੰਮ ਗੁਰੂ ਦਾ ਹੈ। ਜਦੋਂ ਗੁਰੂ ਅੱਗੇ ਆਪਣੀ ਸਿਆਣਪ ਨੂੰ ਟੇਕ ਦੇਗਾ ਫਿਰ ਗੁਰੂ ਤੇਰੇ ਉੱਪਰ ਵੀ ਬਖਸ਼ਿਸ਼ ਰਹਿਮਤ ਕਰ ਦੇਗਾ। ਸਾਹਿਬ ਕਿਰਪਾ ਕਰਨ, ਬਚਨ ਹਿਰਦਿਆਂ ਦੇ ਅੰਦਰ ਵਸਣ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।